ਗੁਰਦੇਵ ਪਿਤਾ ਜੀ ਦੀ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਜਿਹੜੀ ਹੈ ਮਿਟ ਜਾਂਦੀ ਹੈ। ਜਦੋਂ ਤ੍ਰਿਸ਼ਨਾ ਮਿਟ ਗਈ, ਤ੍ਰਿਸ਼ਨਾ ਕਰਕੇ ਹੀ ਜਿਹੜੀ ਭਟਕਣਾ ਬਣੀ ਹੋਈ ਸੀ, ਤ੍ਰਿਸ਼ਨਾ ਖਤਮ ਹੋ ਗਈ ਤੇ ਫਿਰ ਭਟਕਣਾ ਵੀ ਖਤਮ ਹੋ ਗਈ। ਤ੍ਰਿਸ਼ਨਾ ਦੇ ਅਰਥ ਗੁਰਬਾਣੀ ਅੰਦਰ ਕਿਤੇ ਪਿਆਸ ਵਾਸਤੇ ਵੀ ਆਏ ਨੇ, ਪਿਆਸ ਲੱਗੀ ਹੋਈ ਹੈ, ਤ੍ਰਿਸ਼ਨਾ ਵੀ ਆਇਆ ਤੇ ਤ੍ਰਿਸ਼ਨਾ ਵੀ ਆਇਆ। ਕਿਸੇ ਫਲ ਨੂੰ ਪ੍ਰਾਪਤ ਕਰਨ ਦੀ ਪ੍ਰਬਲ ਇੱਛਾ, ਇਹਨੂੰ ਵੀ ਤ੍ਰਿਸ਼ਨਾ ਆਖਿਆ। ਤੇ ਤ੍ਰਿਸ਼ਨਾ ਦਾ ਜਿਹੜਾ ਆਮ ਗੁਰਬਾਣੀ ਵਿੱਚ ਅਰਥ ਆਇਆ, ਉਹ ਜਿਵੇਂ ਆਪਾਂ ਇੱਕ ਪੰਜ ਵਿਕਾਰਾਂ ਵਿੱਚੋਂ ਇੱਕ ਲੋਭ ਹੈ, ਜਿਹਨੂੰ ਲਾਲਚ ਕਿਹਾ ਜਾਂਦਾ ਹੈ। ਇਹ ਤ੍ਰਿਸ਼ਨਾ ਸ਼ਬਦ ਵੀ ਬਹੁਤੀ ਥਾਈਂ ਲਾਲਚ ਵਾਸਤੇ ਹੀ ਆਇਆ ਹੈ। ਮੇਰੇ ਗੁਰਦੇਵ ਪਿਤਾ ਜੀ ਨੇ ਬਖਸ਼ਿਸ਼ ਕੀਤੀ ਹੈ, ਮਾਇਆ ਜਾਲ ਪਸਾਰਿਆ। ਇਹ ਮਾਇਆ ਨੇ ਸਾਰੇ ਸੰਸਾਰ ਅੰਦਰ ਆਪਣਾ ਜਾਲ ਪਸਾਰਿਆ ਹੋਇਆ ਹੈ। ਆਖਣ ਲੱਗੇ ਭੀਤਰ ਚੋਗ ਬਣਾਏ। ਆ ਕਈ ਵਾਰੀ ਜਦੋਂ ਪੰਛੀਆਂ ਨੂੰ ਪਕੜਨ ਵਾਲੇ ਜਿਹੜੇ ਹੁੰਦੇ ਨੇ ਨਾ, ਉਹ ਜਿੱਥੇ ਜਾਲ ਵਿਛਾਉਂਦੇ ਨੇ ਨਾਲ ਉੱਤੇ ਚੋਗਾ ਵੀ ਸੁੱਟਦੇ ਨੇ, ਤਾਂ ਕਿ ਚੋਗੇ ਨੂੰ ਵੇਖ ਕੇ ਕਬੂਤਰ ਇਤਿਆਦ ਹੋਰ ਪੰਛੀਆਂ ਨੂੰ ਫਸਾਉਣ ਵਾਲੇ ਉਹ ਨਾਲ ਚੋਗਾ ਵੀ ਖਿਲਾਰਦੇ ਨੇ ਤੇ ਨਾਲ ਜਾਲ ਵੀ ਪਸਾਰਦੇ ਨੇ। ਇਸ ਮਾਇਆ ਨੇ ਵੀ ਆਪਣਾ ਜਾਲ ਪਸਾਰਿਆ ਹੋਇਆ ਹੈ। ਭੀਤਰ ਚੋਗ ਬਣਾਏ। ਇੱਥੇ ਚੋਗੇ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਸੁੱਟੇ ਹੋਏ ਨੇ। ਕਿਸੇ ਨੂੰ ਕੋਈ ਚੋਗਾ ਚੰਗਾ ਲੱਗਦਾ, ਕਿਸੇ ਨੂੰ ਕੋਈ ਚੋਗਾ ਚੰਗਾ ਲੱਗਦਾ ਹੈ। ਫਿਰ ਸਤਿਗੁਰੂ ਨੇ ਕਿਰਪਾਲਤਾ ਕੀਤੀ, ਆਖ ਲੱਗੇ ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ। ਕਹਿੰਦੇ ਨੇ ਇਸ ਲਾਲਚ ਵਸ ਹੋ ਕੇ ਇਹ ਜਿਹੜਾ ਮਨ ਰੂਪੀ ਪੰਛੀ ਹੈ ਨਾ, ਉਹ ਜਾਲ ਵਿੱਚ ਫਸ ਜਾਂਦਾ ਹੈ। ਫਿਰ ਕੋਸ਼ਿਸ਼ ਤੇ ਕਰਦਾ ਏ ਮੈਂ ਨਿਕਲ ਜਾਵਾਂ, ਪਰ ਉਹਦੇ ਵਿੱਚੋਂ ਨਿਕਲ ਨਹੀਂ ਸਕਦਾ। ਤੇ ਜਪ ਬਾਣੀ ਦੀ ਪਹਿਲੀ ਪੌੜੀ ਵਿੱਚ ਇੱਕ ਆਪਾਂ ਬਚਨ ਪੜ੍ਹਦੇ ਹਾਂ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਇੱਥੇ ਵੀ ਭੁੱਖਿਆਂ ਦਾ ਅਰਥ ਆਮ ਭੁੱਖ ਨਹੀਂ। ਦੂਜੀ ਸਾਨੂੰ ਭੁੱਖ ਲੱਗਦੀ ਹੈ ਨਾ, ਭਾਵੇਂ ਉਹ 4 ਪਹਿਰ ਬਾਅਦ ਲੱਗਦੀ ਹੈ, ਭਾਵੇਂ ਸਵੇਰੇ ਵੀ ਨਾਸ਼ਤਾ ਕਰਦੇ ਹਾਂ, ਦੁਪਹਿਰੇ ਕਹਿੰਦੇ ਹਾਂ ਫਿਰ ਭੁੱਖ ਲੱਗ ਗਈ, ਸ਼ਾਮ ਨੂੰ ਫਿਰ ਭੁੱਖ ਲੱਗ ਗਈ। ਪਰ ਇੱਕ ਵਾਰੀ ਜਦੋਂ ਅਸੀਂ ਪ੍ਰਸ਼ਾਦਾ ਛਕ ਲੈਂਦੇ ਹਾਂ, ਫਿਰ ਕਹਿੰਦੇ ਹਾਂ ਵੀ ਹੁਣ ਤੇ ਮੈਂ ਰੱਜ ਗਿਆ, ਹੁਣ ਤੇ ਪ੍ਰਸ਼ਾਦਾ ਵੇਖਣ ਨੂੰ ਵੀ ਜੀ ਨਹੀਂ ਕਰਦਾ। ਇੱਕ ਵਾਰੀ ਤੇ ਮੂੰਹ ਚੋਂ ਇਹ ਗੱਲ ਨਿਕਲਦੀ ਕਿ ਮੈਂ ਰੱਜ ਗਿਆ, ਮੈਂ ਤ੍ਰਿਪਤ ਹੋ ਗਿਆ ਵਾਂ। ਪਰ ਤ੍ਰਿਸ਼ਨਾ ਦੀ ਭੁੱਖ ਜਿਹੜੀ ਹੈ ਨਾ, ਗੁਰੂ ਕੇ ਪਿਆਰ ਵਾਲਿਓ, ਇਹ ਜਿਹਨੂੰ ਲੱਗ ਜਾਏ ਉਹ ਕਦੀ ਰੱਜਦਾ ਹੀ ਨਹੀਂ। ਉਹ ਨਹੀਂ ਕਹਿੰਦਾ ਮੈਂ ਰੱਜ ਗਿਆ ਵਾਂ। ਸਤਿਗੁਰਾਂ ਨੇ ਬਚਨ ਗੁਰਬਾਣੀ ਅੰਦਰ ਕੀਤੇ ਨੇ, ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਝੀ। ਵੱਡੇ ਵੱਡੇ ਸੰਸਾਰ ਦੇ ਜਿੰਨੇ ਵੀ ਰਾਜੇ ਹੋਏ ਨੇ, ਭਾਵੇਂ ਉਹ ਅੱਜ ਵੀ ਰਾਜੇ ਕਿੱਥੇ ਰਾਜ ਮਰਜ਼ੀ ਕਰਦੇ ਪਏ ਨੇ। ਭੂਮਨ ਦਾ ਅਰਥ ਹੈ ਜਿਨ੍ਹਾਂ ਦੇ ਕੋਲ ਜ਼ਮੀਨ ਜਾਇਦਾਦ ਬਹੁਤ ਤਾਤ ਹੈ। ਕਹਿੰਦੇ ਨੇ ਤਾਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਸੰਗ ਮਾਤੇ, ਲੋਚਨ ਕਛੂ ਨਾ ਸੂਝੀ। ਤੇ ਕਹਿੰਦੇ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਘਾਈ। ਵਿਖਿਆ ਦਾ ਅਰਥ ਮਾਇਆ ਹੈ। ਭਾਵ ਜਿਨ੍ਹਾਂ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਪ੍ਰਬਲ ਹੈ ਨਾ, ਕਹਿੰਦੇ ਨੇ ਜੇ ਕੋਈ ਇਹ ਆਖੇ ਚਲੋ ਮੈਂ ਐਨੀ ਮਾਇਆ, ਗੁਰਬਾਣੀ ਅੰਦਰ ਸਤਿਗੁਰਾਂ ਨੇ ਹਰ ਪੱਖ ਤੋਂ ਸੇਧ ਬਖਸ਼ਿਸ਼ ਕੀਤੀ। ਜਿਹੜਾ ਸੀ ਜਿਹਦੇ ਕੋਲ ਪਹਿਲਾਂ ਕੁਝ ਨਹੀਂ ਸਨ, ਕਹਿੰਦਾ ਸੀ ਮੇਰੇ ਕੋਲ ਸੈਂਕੜੇ ਆ ਜਾਣ ਤੇ ਵਧੀਆ ਗੱਲ ਹੈ।
ਉਹ ਇੱਕ ਗਾਥਾ ਸੁਣੇ 99 ਦਾ ਚੱਕਰ, ਕਹਿੰਦੇ ਸਾਰੀ ਸ੍ਰਿਸ਼ਟੀ 99 ਦੇ ਚੱਕਰ ਵਿੱਚ ਪਈ ਹੋਈ ਹੈ। 99 ਤੋਂ ਭਾਵ ਕੀ ਹੈ? ਕਿਸੇ ਵਿਦਵਾਨ ਨੇ ਬੜੀ ਸੁੰਦਰ ਗਾਥਾ ਲਿਖੀ। ਉਹ ਕਹਿੰਦਾ ਇੱਕ ਪਰਿਵਾਰ, ਸਾਰਾ ਪਰਿਵਾਰ ਦਿਨੇ ਆਪਣੇ ਕੰਮ ਕਾਜ ਤੇ ਨਿਕਲ ਜਾਂਦੇ ਨੇ, ਮਜ਼ਦੂਰੀ ਜੋ ਮਰਜ਼ੀ ਕਰਦੇ ਨੇ, ਸ਼ਾਮ ਵੇਲੇ ਇਕੱਠੇ ਹੁੰਦੇ ਨੇ, ਬੜੇ ਪਿਆਰ ਨਾਲ ਬਹਿੰਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਇਕੱਠੇ ਭੋਜਨ ਛਕਦੇ ਨੇ। ਉਹਨਾਂ ਦੇ ਗੁਆਂਢ ਵਿੱਚ ਕੋਈ ਘਰ ਸੀ, ਉਹਨਾਂ ਦੇ ਕੋਲ ਮਾਇਆ ਦੀ ਵੀ ਬਹੁਤਾਤ ਉਹਨਾਂ ਦੇ ਨਾਲੋਂ, ਪਰ ਘਰ ਦੇ ਵਿੱਚ ਸੁੱਖ ਚੈਨ ਕੋਈ ਨਹੀਂ। ਉਹਨਾਂ ਦੇ ਘਰ ਕੋਈ ਮਹਿਮਾਨ ਆਇਆ, ਆਖਣ ਲੱਗੇ ਬਈ ਸਾਡੇ ਗੁਆਂਢੀ ਜਿਹੜੇ ਨੇ ਉਹਨਾਂ ਕੋਲ ਬਹੁਤੀ ਮਾਇਆ ਵੀ ਨਹੀਂ, ਕੁਝ ਵੀ ਨਹੀਂ, ਉਹ ਬੜੇ ਸੁੱਖ ਚੈਨ ਨਾਲ ਆਪਣਾ ਜੀਵਨ ਬਤੀਤ ਕਰਦੇ ਨੇ, ਅਸੀਂ ਸਾਰਾ ਦਿਨ ਭੱਜ ਦੌੜ ਇਸੇ ਪਿੱਛੇ ਲੱਗੇ ਰਹਿੰਦੇ ਹਾਂ। ਆਖਣ ਲੱਗਾ ਤੁਹਾਨੂੰ ਕੁਝ ਪੈਸੇ ਖਰਚਣੇ ਪੈਣਗੇ, ਵੇਖਿਓ ਇਹਨਾਂ ਦੀ ਸ਼ਾਂਤੀ ਕਿਵੇਂ ਗਵਾਚਦੀ ਹੈ। ਆਖਣ ਲੱਗੇ ਕਿੰਨੇ ਪੈਸੇ? ਕਹਿਣਗੇ ਸਿਰਫ 99 ਰੁਪਈਏ। ਉਹਨੇ ਕੀ ਕੀਤਾ? ਆਪਣੇ ਘਰ ਦੀ ਕੰਧ ਤੋਂ ਸਵੇਰੇ ਮਹਿਮਾਨ ਨੇ 99 ਰੁਪਈਏ ਉਸ ਘਰ ਵਿੱਚ ਸੁੱਟ ਦਿੱਤੇ। ਘਰ ਦਾ ਮੁਖੀ ਜਦੋਂ ਸਵੇਰੇ ਉੱਠਿਆ, ਪੈਸੇ ਵੇਖੇ, ਗਿਣਤੀ ਕੀਤੀ, ਆਖਣ ਲੱਗਾ ਕਮਾਲ ਹੋ ਗਈ, ਤੇ 99 ਜੇ 100 ਹੁੰਦੇ ਤੇ ਕਿੰਨੀ ਵਧੀਆ ਗੱਲ ਸੀ। ਬਸ ਐਸਾ ਚੱਕਰ ਚੱਲਿਆ, 100 ਤੋਂ 1000, ਹਜ਼ਾਰਾਂ ਤੋਂ ਲੱਖਾਂ, ਲੱਖਾਂ ਤੋਂ ਕਰੋੜਾਂ। ਮੇਰੇ ਕਹਿਣ ਦਾ ਮਤਲਬ ਇਹ ਨਾ ਸਮਝ ਲਿਓ ਸਾਨੂੰ ਹਜ਼ਾਰਾਂ ਲੱਖਾਂ ਕਰੋੜਾਂ ਦੀ ਜ਼ਰੂਰਤ ਨਹੀਂ, ਪਰ ਇੱਥੇ ਗੱਲ ਤੇ ਤ੍ਰਿਸ਼ਨਾ ਦੀ ਚੱਲਦੀ ਪਈ ਹੈ। ਇਹ ਚੇਤੇ ਰੱਖਿਓ, ਸਿੱਖ ਨੇ ਧਰਮ ਦੀ ਕਿਰਤ ਕਰਦਿਆਂ ਹੋਇਆਂ ਜ਼ਿੰਦਗੀ ਵਿੱਚ ਅੱਗੇ ਵਧਣਾ ਫੁੱਲਣਾ ਹੈ, ਆਪਣਾ ਕਾਰੋਬਾਰ ਵਧਾਓ। ਗੁਰਮਤਿ ਨੇ ਰੋਕਿਆ ਕੋਈ ਨਹੀਂ। ਭਾਈ ਮਨਸੁਖ ਬੜਾ ਵੱਡਾ ਕਾਰੋਬਾਰੀ ਸੀ, ਪਰ ਨਾਲ ਨਾਲ ਗੁਰਮਤਿ ਦੀ ਗੱਲ ਵੀ ਕਰਦਾ ਹੈ, ਆਪ ਵੀ ਗੁਰਮਤਿ ਅਨੁਸਾਰ ਜੀਵਨ ਜਿਉਂਦੇ ਨੇ। 99 ਦੇ ਚੱਕਰ ਵਿੱਚ ਐਸਾ ਪਰਿਵਾਰ ਪਿਆ ਕਿ ਘਰ ਦੀ ਸੁੱਖ ਸ਼ਾਂਤੀ ਪਹਿਲਾਂ ਸੀ, ਜਿੰਨੇ ਲਿਆਏ ਲੋੜ ਸੀ ਖਰਚ ਲੈਂਦੇ ਸਨ, ਪਰ ਹੁਣ ਕੀ ਤ੍ਰਿਸ਼ਨਾਲੂ ਬੰਦਾ ਜਿਹੜਾ ਹੈ ਨਾ, ਉਹ ਖਰਚਦਾ ਘੱਟ ਹੈ। ਤੇ ਸਤਿਗੁਰਾਂ ਨੇ ਇਸੇ ਕਰਕੇ ਕਿਰਪਾ ਕੀਤੀ। ਆਖਣ ਲੱਗੇ ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਕਹਿੰਦੇ ਨੇ ਅੱਗ ਬਲਦੀ ਹੋਵੇ ਨਾ ਤੇ ਤੁਸੀਂ ਉਹਦੇ ਵਿੱਚ ਕੁਝ ਲੱਕੜਾਂ ਸੁੱਟਦੇ ਹੋ, ਕੁਝ ਤੇਲ ਸੁੱਟਦੇ ਹੋ, ਤੇ ਕਹੀਏ ਲੈ ਵੀ ਅੱਗ ਹੁਣ ਤੂੰ ਰੱਜ ਜਾਏਗੀ ਨਾ, ਬਸ ਤੇਰੇ ਲਈ ਇੰਨਾ ਬਾਲਣ ਕਾਫੀ ਹੈ। ਅੱਗ ਨੇ ਕਦੀ ਬਾਲਣ ਨਾਲ ਰੱਜਣਾ ਨਹੀਂ। ਅੱਗ ਵਿੱਚ ਜਿੰਨਾ ਬਾਲਣ ਪਾਵਾਂਗੇ ਅੱਗ ਹੋਰ ਤੇਜ਼ ਹੋਵੇਗੀ, ਜਿੰਨਾ ਤੇਲ ਸੁੱਟਾਂਗੇ ਹੋਰ ਅੱਗ ਤੇਜ਼ ਹੋਵੇਗੀ। ਤੇ ਸੱਚ ਜਾਣਿਓ, ਇਹ ਜਿਹੜੇ ਤ੍ਰਿਸ਼ਨਾ ਹੈ, ਤ੍ਰਿਸ਼ਨਾ ਵੀ ਬਿਲਕੁਲ ਇਸੇ ਤਰ੍ਹਾਂ ਜੇ। ਤ੍ਰਿਸ਼ਨਾ ਬੂਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ, ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ। ਕਹਿੰਦੇ ਨੇ ਤ੍ਰਿਸ਼ਨਾ ਵਾਲੇ ਪਾਸੇ ਤੋਂ ਜੇ ਸੰਤੋਖ ਵਾਲੇ ਪਾਸੇ ਆਉਣਾ ਹੈ ਤੇ ਫਿਰ ਤੇ ਗੁਰੂ ਦੇ ਬਚਨ ਧਿਆਨ ਨਾਲ ਸਰਵਨ ਵੀ ਕਰਨੇ ਪੈਣਗੇ, ਉਹਨਾਂ ਤੇ ਸਾਨੂੰ ਅਮਲ ਵੀ ਕਰਨਾ ਪਵੇਗਾ। ਇਸੇ ਲਈ ਸਤਿਗੁਰੂ ਨੇ, ਮੈਂ ਜਪ ਬਾਣੀ ਦੀ ਉਸ ਪੰਕਤੀ ਦੀ ਵਿਚਾਰ ਕਰਦਾ ਸਾਂ, ਪਹਿਲੀ ਪੌੜੀ ਦੀ, ਤ੍ਰਿਸ਼ਨਾ ਦੇ ਅਧੀਨ ਰਿਆਂ ਕਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਜੇ ਉਤਰਦੀ। ਸਤਿਗੁਰੂ ਆਪਣੇ ਆਪ ਤੇ ਟੁਕਾ ਕੇ ਕਹਿੰਦੇ ਨੇ, ਜੇ ਬੰਨਾ ਪੁਰੀਆਂ ਭਾਰ, ਆ ਜਿੰਨੀ ਵੀ ਲੁਕਾਈ ਹੈ ਇਹਦਾ ਸਾਜੋ ਸਮਾਨ ਗਏ, ਮੈਂ ਇਕੱਤਰ ਕਰਕੇ ਆਪਣੇ ਕੋਲ ਬੰਨ ਕੇ ਰੱਖ ਲਵਾਂ ਤੇ ਮੈਂ ਕਵਾਂ ਮੈਂ ਰੱਜ ਗਿਆ, ਮੈਂ ਤ੍ਰਿਪਤ ਹੋ ਗਿਆ। ਕਹਿੰਦੇ ਬਿਲਕੁਲ ਨਹੀਂ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਤ੍ਰਿਸ਼ਨਾ ਨੂੰ ਰੋਗ ਆਖਿਆ। ਇਹ ਬੜਾ ਭਿਆਨਕ ਰੋਗ ਜੇ। ਬਾਕੀ ਕੋਈ ਸਰੀਰਕ ਰੋਗ ਲੱਗ ਜਾਏ ਨਾ ਤੇ ਉਹਦਾ ਛੇਤੀ ਇਲਾਜ ਨਾ ਹੋਵੇ ਤੇ ਬੰਦੇ ਨੂੰ ਡਰ ਲੱਗਦਾ ਕਿ ਹੁਣ ਮੈਂ ਮੌਤ ਦੇ ਨੇੜੇ ਜਾ ਰਿਹਾ, ਬਿਮਾਰੀ ਠੀਕ ਨਹੀਂ ਹੋ ਰਹੀ, ਜੇ ਨਾ ਠੀਕ ਹੋਈ ਤੇ ਇਹਦਾ ਅੰਤ ਤੇ ਫਿਰ ਮੌਤ ਹੀ ਹੋਵੇਗਾ ਨਾ। ਕੋਈ ਬਿਮਾਰੀ ਲੱਗ ਜਾਏ ਉਹ ਮੌਤ ਦੇ ਨੇੜੇ ਲੈ ਕੇ ਜਾਂਦੀ ਹੈ, ਪਰ ਸਤਿਗੁਰੂ ਕਹਿੰਦੇ ਨੇ ਜੇ ਤ੍ਰਿਸ਼ਨਾ ਦਾ ਰੋਗ ਲੱਗ ਜਾਏ, ਜਿਹਨੂੰ ਲੱਗ ਗਿਆ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਮੌਤ ਹੀ ਭੁੱਲ ਜਾਂਦੀ ਹੈ। ਇੱਥੇ ਇਹ ਫਰਕ ਹੈ ਇਸ ਰੋਗ ਵਿੱਚ ਤੇ ਦੁਨਿਆਵੀ ਰੋਗ ਵਿੱਚ। ਜਿਨ੍ਹਾਂ ਨੂੰ ਤ੍ਰਿਸ਼ਨਾ ਦਾ ਰੋਗ ਲੱਗ ਜਾਂਦਾ ਹੈ, ਬਾਹਰੋਂ ਉਹ ਭਾਵੇਂ ਜਿੰਨੇ ਮਰਜ਼ੀ ਆਪਣੇ ਆਪ ਨੂੰ ਨਿਰਮਲ ਬਣਾਉਣ ਦਾ ਯਤਨ ਕਰਨ,
पर जियों मैले बाहरों निर्मल, बाहरों निर्मल जियों तां मैले, तिनी जन्म जूवै खारिया, ए तिशना वड्डा रोग लगा, मरण मनो विसारिया, वेदां में नाम उत्तम, सो सुने नाही, फिरें ज्यों बेतालिया, कहे नानक जिन सच तजिया, कूड़े लागे तिनी जन्म जूवै खारिया। ਜਿਹੜੇ ਸੱਚ ਨਾਲੋਂ ਟੁੱਟ ਕੇ ਕੂੜ ਨਾਲ ਜੁੜ ਗਏ, ਇਹ ਤ੍ਰਿਸ਼ਨਾ ਤੇ ਪੂਰੀ ਕਦੀ ਹੋਣੀ ਕੋਈ ਨਹੀਂ। ਤ੍ਰਿਸ਼ਨਾ ਤੇ ਦਰਿਆ ਦੇ ਵਗਦੇ ਕੋਈ ਪਾਣੀ ਵਾਂਗੂ ਹੈ, ਜਿਹੜਾ ਪਾਣੀ ਅੱਗੇ ਨਿਕਲ ਗਿਆ ਮੁੜ ਕੇ ਵਾਪਸ ਨਹੀਂ ਆਉਣਾ। ਮਨੁੱਖ ਦੇ ਮਨ ਅੰਦਰ ਵੀ ਪਤਾ ਨਹੀਂ ਤ੍ਰਿਸ਼ਨਾ ਦੀਆਂ ਕਿੰਨੀਆਂ ਕੁ ਲਹਿਰਾਂ ਉੱਠਦੀਆਂ ਨੇ, ਜਿਹੜੀ ਉੱਠੀ ਅੱਗੇ ਚਲੀ ਗਈ। ਸਵੇਰੇ ਹੋਰ ਤ੍ਰਿਸ਼ਨਾ ਸੀ, ਦੁਪਹਿਰੇ ਆਈ ਹੋਰ ਤ੍ਰਿਸ਼ਨਾ ਸੀ, ਸ਼ਾਮਾਂ ਪਈਆਂ ਤੇ ਹੋਰ ਤ੍ਰਿਸ਼ਨਾ। ਭਾਵ ਤ੍ਰਿਸ਼ਨਾ ਵੀ ਬਦਲਦੀ ਰਹਿੰਦੀ ਏ, ਕਦੀ ਕੁਝ ਚਾਹੁੰਦਾ ਹੈ, ਕਦੀ ਕੁਝ ਚਾਹੁੰਦਾ ਹੈ। ਇਹਨੂੰ ਪਿਆਸ ਲੱਗੀ ਹੋਈ ਹੈ, ਇਹਨੂੰ ਭੁੱਖ ਲੱਗੀ ਹੋਈ ਹੈ, ਤੇ ਇਸੇ ਤ੍ਰਿਸ਼ਨਾ ਦੇ ਅਧੀਨ ਹੀ ਬੰਦਾ ਜਿਹੜਾ ਹੈ ਨਾ ਭਟਕਦਾ ਹੈ। ਜਦੋਂ ਤ੍ਰਿਸ਼ਨਾ ਵਸ ਹੋ ਜਾਂਦਾ ਹੈ ਤੇ ਤ੍ਰਿਸ਼ਨਾ ਵਸ ਉਹੀ ਬੰਦਾ ਹੁੰਦਾ ਹੈ ਜਿਹਦੀ ਮੱਤ ਖੋਟੀ ਹੋਵੇ, ਜਿਹੜਾ ਦੁਬਦਾ ਵਿੱਚ ਪਿਆ ਹੋਵੇ। ਤੇ ਇਹ ਤ੍ਰਿਸ਼ਨਾ ਤੇ ਤ੍ਰਿਸ਼ਨਾ ਦੇ ਕਾਰਨ ਬਣੀ ਹੋਈ ਸੀ ਭਟਕਣਾ। ਗੁਰੂ ਕੇ ਪਿਆਰ ਵਾਲਿਓ, ਤ੍ਰਿਸ਼ਨਾਲੂ ਬੰਦੇ ਦੇ ਅੰਦਰ ਹੀ ਭਟਕਣਾ ਬਣੀ ਰਹਿੰਦੀ ਹੈ, ਤੇ ਉਹਦੇ ਮਨ ਅੰਦਰ ਜਦੋਂ ਪ੍ਰਬਲ ਇੱਛਾ ਜਾਗਦੀ ਹੈ ਮੈਂ ਕੁਝ ਪ੍ਰਾਪਤ ਕਰ ਲਵਾਂ, ਲਾਲਚੀ ਬਿਰਤੀ ਬਣ ਜਾਂਦੀ ਹੈ ਨਾ, ਤੇ ਫੇਰ ਉਹ ਇਹ ਵੀ ਨਹੀਂ ਵੇਖਦਾ ਜਿਸ ਕੁੱਤੇ ਨੂੰ ਮਾਲਕ ਨੇ ਬੜੇ ਚਾਵਾਂ ਦੇ ਨਾਲ ਪਾਲਿਆ ਹੋਵੇ ਨਾ, ਆਪਣੀਆਂ ਹੱਥਾਂ ਦੇ ਨਾਲ ਬੁਰਕੀਆਂ ਉਹਦੇ ਮੂੰਹ ਵਿੱਚ ਪਾਈਆਂ ਹੋਣ, ਕਈ ਵਾਰੀ ਆ ਗੋਦੀ ਵਿੱਚ ਵੀ ਉਹਨੂੰ ਚੁੱਕ ਲੈਂਦਾ, ਐਨਾ ਪਿਆਰ ਕਰਦਾ ਏ। ਪਰ ਜੇ ਕਿਤੇ ਕੁੱਤਾ ਹਲਕਾ ਜਾਏ ਨਾ, ਫਿਰ ਉਹਨੂੰ ਇਹ ਵੀ ਨਹੀਂ ਪਤਾ ਹੈ ਮੇਰਾ ਮਾਲਕ ਹੈ ਕਿ ਕੌਣ ਹੈ। ਉਹ ਨਹੀਂ ਵੇਖਦਾ ਮੈਂ ਇਸ ਮਾਲਕ ਦੇ ਹੱਥੋਂ ਮੈਂ ਬੁਰਕੀਆਂ ਖਾਧੀਆਂ ਨੇ, ਮੈਂ ਦਾ ਵਫਾਦਾਰ ਬਣ ਕੇ ਰਹਿਣਾ। ਜਦੋਂ ਉਹਦੇ ਅੰਦਰ ਹਲਕਾ ਆ ਗਿਆ, ਉਹ ਆਪਣੇ ਮਾਲਕ ਨੂੰ ਵੀ ਵੱਢਣ ਤੋਂ ਸੰਕੋਚ ਨਹੀਂ ਜੇ ਕਰਦਾ। ਜਿਉਂ ਕੂਕਰ ਖੜਕਾਇਆ ਧਾਵੈ ਦਹ ਦਿਸ ਜਾਏ, ਲੋਭੀ ਜੰਤ ਨਾ ਜਾਣਈ, ਭਖ ਅਭਖ ਸਭ ਖਾਏ। ਹਲਕਾਇਆ ਹੋਇਆ ਕੁੱਤਾ ਜਿਹੜਾ ਹੈ ਨਾ, ਉਹਨੂੰ ਪਤਾ ਹੀ ਕੋਈ ਨਹੀਂ, ਕਦੀ ਕਿਸੇ ਪਾਸੇ ਵੱਲ ਦੌੜਦਾ, ਕਦੀ ਕਿਸੇ ਪਾਸੇ ਵੱਲ ਦੌੜਦਾ ਹੈ। ਗੁਰ ਇਤਿਹਾਸ ਵਿੱਚ ਜੇ ਆਪਾਂ ਝਾਤ ਮਾਰ ਕੇ ਵੇਖੀਏ, ਗੰਗੂ ਬ੍ਰਾਹਮਣ ਕੇਵਲ ਲਾਲਚ ਦੀਨ ਹੋ ਗਿਆ, ਹੋਰ ਕੀ ਇਹ ਤ੍ਰਿਸ਼ਨਾ ਆ ਗਈ ਹੈ। ਬਈ ਮਾਤਾ ਦੀ ਮਾਤਾ ਗੁਜਰ ਕੌਰ ਦੀ ਗਠੜੀ ਵਿੱਚ ਪਤਾ ਨਹੀਂ ਕੀ ਕੁਝ ਹੋਵੇਗਾ, ਮੈਂ ਕਿਉਂ ਨਾ। ਪਰ ਦੂਜੇ ਪਾਸੇ ਤ੍ਰਿਸ਼ਨਾ, ਜੇ ਇਧਰੋਂ ਪਤਾ ਲੱਗ ਗਿਆ ਤੇ ਦੂਜੇ ਪਾਸੇ ਤ੍ਰਿਸ਼ਨਾ। ਜੇ ਮਾਤਾ ਜੀ ਨੇ ਕਿਹਾ ਗੰਗੂ ਜੇ ਤੂੰ ਮੰਗਣਾ ਸੀ ਮੇਰੇ ਤੋਂ ਮੰਗ ਲੈਂਦਾ, ਗਠੜੀ ਕਿਉਂ ਫੋਲੀ? ਆਖ ਲੱਗਾ ਇੱਕ ਤਾਂ ਮੈਂ ਟਿਕਾਣਾ ਤੁਹਾਨੂੰ ਦਿੱਤਾ, ਰਹਿਣ ਵਾਸਤੇ ਥਾਂ ਦਿੱਤੀ, ਨਮਕ ਹਰਾਮ ਬਣ ਗਿਆ, ਸਤਿਗੁਰੂ ਦੇ ਕੀਤੇ ਪਰ ਉਪਕਾਰ ਸਭ ਭੁੱਲ ਗਿਆ। ਦੂਜੇ ਪਾਸੇ ਸੋਚਿਆ ਇਹਨਾਂ ਨੇ ਮੈਨੂੰ ਬਦਨਾਮ ਕੀਤਾ ਏ, ਭਾਵੇਂ ਮਾਤਾ ਗੁਜਰੀ ਨੇ ਸੱਚ ਬੋਲਿਆ ਸੀ ਗੁਰੂ ਕੇ ਪਿਆਰ ਵਾਲਿਓ, ਪਰ ਇਸ ਦੂਜੇ ਪਾਸੇ ਵੀ ਇਹਨੇ ਬੋਲਿਆ ਤੇ ਸੱਚ ਹੀ ਹੈ। ਬੋਲਿਆ ਗੰਗੂ ਨੇ ਵੀ ਸੱਚ ਜੇ। ਬਈ ਮਾਤਾ ਗੁਜਰ ਕੌਰ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ, ਉਹਨਾਂ ਦੇ ਛੋਟੇ ਲਾਲ ਜੋਰਾਵਰ ਸਿੰਘ, ਫਤਿਹ ਸਿੰਘ ਜੀ ਮੇਰੇ ਘਰ ਨੇ ਬੋਲਿਆ ਤੇ ਸੱਚ ਹੈ। ਕਈ ਵਾਰ ਆਪਾਂ ਕਹਿੰਦੇ ਸੱਚ ਬੋਲਣਾ ਚਾਹੀਦਾ, ਪਰ ਇਹੋ ਜਿਹਾ ਸੱਚ ਨਹੀਂ ਬੋਲਣਾ ਚਾਹੀਦਾ। ਜਿਸ ਸੱਚ ਦੇ ਪਿੱਛੇ ਤ੍ਰਿਸ਼ਨਾ ਹੋਵੇ, ਜਿਸ ਸੱਚ ਦੇ ਪਿੱਛੇ ਲਾਲਚ ਖੜਾ ਹੋਵੇ। ਇੱਕ ਪਾਸੇ ਭਾਈ ਨਬੀ ਖਾਂ ਤੇ ਗਣੀ ਖਾਂ ਦਸ਼ਮੇਸ਼ ਪਿਤਾ ਨੂੰ ਪਾਲਕੀ ਵਿੱਚ ਬਿਠਾਇਆ ਹੋਇਆ ਉੱਚ ਦਾ ਪੀਰ, ਭਾਵੇਂ ਕਹਿਣ ਕੋਈ ਕਵੇ ਝੂਠ ਹੈ, ਵੈਸੇ ਝੂਠ ਵੀ ਨਹੀਂ ਹੈ, ਉਹਨਾਂ ਵਾਸਤੇ ਸੱਚਮੁੱਚ ਹੀ ਗੁਰੂ ਉੱਚ ਦਾ ਪੀਰ ਵੀ ਕਹੇ। ਜੇ ਮੰਨ ਵੀ ਲਿਆ ਜਾਏ ਉਹਨਾਂ ਨੇ ਝੂਠ ਬੋਲਿਆ, ਪਰ ਉਹ ਝੂਠ ਵੀ ਬੜਾ ਪਵਿੱਤਰ ਹੈ, ਤੇ ਇਹ ਬੋਲਿਆ ਹੋਇਆ ਗੰਗੂ ਦਾ ਸੱਚ ਵੀ ਬੜਾ ਮੈਲਾ ਜੇ। ਗੁਰੂ ਕੇ ਪਿਆਰ ਵਾਲਿਓ, ਜਿੱਥੇ ਤ੍ਰਿਸ਼ਨਾ ਆ ਜਾਏ, ਤ੍ਰਿਸ਼ਨਾ ਤੇ ਬੰਦੇ ਅੰਦਰ ਹਲਕਾ ਪੈਦਾ ਕਰ ਦਿੰਦੀ ਹੈ। ਧੰਨ ਗੁਰੂ ਅਰਜਨ ਦੇ ਪਿਤਾ ਜੀ ਦਾ ਸ਼ਲੋਕ ਹੈ ਸੰਸਕ੍ਰਿਤੀ ਅੰਦਰ,
ਲੋਭ ਨੂੰ ਸੰਬੋਧਨ ਕਰਕੇ, ਲਾਲਚ ਨੂੰ, ਤ੍ਰਿਸ਼ਨਾ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਹੇ ਲੋਭਾ ਲੰਪਟ ਸੰਗ ਸਿਰ ਮੋਰਾ ਅਨਕ ਲਹਿਰੀ ਕਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ। ਕਹਿੰਦੇ ਨੇ ਐ ਲਾਲਚ, ਵੱਡੇ ਵੱਡੇ ਆਪਣੇ ਆਪ ਨੂੰ ਸਿਰਮੌਰ ਅਖਾਉਣ ਵਾਲੇ ਜਦੋਂ ਤੇਰੇ ਵਸ ਵਿੱਚ ਆ ਜਾਂਦੇ ਨੇ ਨਾ, ਤੂੰ ਉਹਨਾਂ ਦੀ ਐਸੀ ਦੁਰਗਤੀ ਕਰ ਦਿੰਦਾ ਹੈ। ਡੋਲਦੇ ਫਿਰਦੇ ਨੇ, ਉਹਨਾਂ ਨੂੰ ਪਤਾ ਨਹੀਂ, ਨਾ ਚਾ ਮਿੱਤਰੰ ਨਾ ਚਾ ਇਸ਼ਟੰ ਨਾ ਚਾ ਮਾਤ ਪਿਤਾ ਤਬ ਲੱਜਿਆ, ਅਕਰਨੰ ਕ੍ਰੋਧ ਅਖਾਦ ਖਾਦਿਅੰ ਅਸਾਜਿਅੰ ਸਾਜ ਸਮਝਿਆ। ਉਹਨਾਂ ਨੂੰ ਨਾ ਆਪਣੇ ਮਿੱਤਰ ਦੀ ਸ਼ਰਮ ਹੁੰਦੀ ਹੈ, ਨਾ ਆਪਣੇ ਪਿਆਰੇ ਦੀ ਸ਼ਰਮ ਹੁੰਦੀ ਹੈ, ਨਾ ਉਹਨੂੰ ਮਾਤਾ ਦੀ ਸ਼ਰਮ ਹੁੰਦੀ ਹੈ, ਨਾ ਉਹਨੂੰ ਪਿਤਾ ਦੀ ਸ਼ਰਮ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਲਾਲਚ ਹੈ, ਮੈਨੂੰ ਆਹ ਚੀਜ਼ ਮਿਲਣੀ ਚਾਹੀਦੀ ਹੈ। ਬਸ ਭੁੱਲ ਜਾਂਦਾ ਹੈ ਮਾਤਾ ਪਿਤਾ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ। ਤ੍ਰਿਸ਼ਨਾਲੂ ਬੰਦਾ ਜਿਹੜਾ ਹੈ, ਭੁੱਲ ਜਾਂਦਾ ਹੈ ਮਿੱਤਰ ਦੇ ਕੀਤੇ ਹੋਏ ਪਰ ਉਪਕਾਰ ਨੂੰ। ਗੁਰੂ ਕੇ ਪਿਆਰ ਵਾਲਿਓ, ਇਹ ਜਦੋਂ ਤ੍ਰਿਸ਼ਨਾ ਮਨੁੱਖ ਦੇ ਅੰਦਰ ਇਸ ਤਰ੍ਹਾਂ ਇਹ ਘਰ ਕਰ ਜਾਂਦੀ ਹੈ, ਤੇ ਫਿਰ ਮਨੁੱਖ ਜਿਹੜਾ ਹੈ ਨਾ, ਉਹ ਭਟਕਦਾ ਫਿਰਦਾ ਹੈ, ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ ਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੈਂ ਕੱਲ ਸਹਿਜ ਪਾਠ ਕਰ ਰਿਹਾ ਸਾਂ। ਆਸਾ ਰਾਗ ਵਿੱਚ ਸ਼ਬਦ ਆਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਬਿਲਕੁਲ ਇਸ ਭਾਵ ਨਾਲ ਮਿਲਦਾ ਜੁਲਦਾ। ਬਿਰਥਾ ਕਹੋ ਕੌਣ ਸਿਉ ਮਨ ਕੀ, ਉੱਥੇ ਮਨ ਦੀ ਅਵਸਥਾ ਦਾ ਜ਼ਿਕਰ ਕੀਤਾ। ਕਹਿੰਦੇ ਨੇ ਮੈਂ ਆਪਣੇ ਇਸ ਮਨ ਦੀ ਪੀੜਾ ਕਿਦੇ ਅੱਗੇ ਬਿਆਨ ਕਰਾਂ। ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ, ਕਹਿੰਦੇ ਨੇ ਲੋਭ ਵਿੱਚ ਇੰਨਾ ਖਚਤ ਹੋ ਗਿਆ ਏ ਕਿ ਦਸਾਂ ਦਿਸ਼ਾਵਾਂ ਵੱਲ ਦੌੜਦਾ ਫਿਰਦਾ ਏ। ਆਸਾ ਲਾਗਿਓ ਧਨ ਕੀ, ਤੇ ਇੱਕੋ ਹੀ ਬਸ ਮਨ ਵਿੱਚ ਲਾਲਸਾ ਹੈ, ਧਨ ਮਿਲ ਜਾਏ। ਧਨ ਜ਼ਰੂਰੀ ਹੈ, ਧਨ ਬਹੁਤ ਕੁਛ ਹੈ, ਪਰ ਕਿਤੇ ਅਸੀਂ ਧਨ ਨੂੰ ਸਭ ਕੁਝ ਨਾ ਸਮਝ ਬੈਠੀਏ। ਗੁਰੂ ਕੇ ਪਿਆਰ ਵਾਲਿਓ, ਇਹ ਗੱਲ ਚੇਤੇ ਰੱਖਣੀ ਹੈ। ਜਿਨਨੇ ਧਨ ਨੂੰ ਸਭ ਕੁਝ ਨਹੀਂ ਸਮਝਿਆ, ਸਮਝ ਲਓ ਉਹ ਤ੍ਰਿਸ਼ਨਾ ਤੋਂ ਉੱਪਰ ਉੱਠ ਗਿਆ ਹੈ। ਜਿਨਨੇ ਧਨ ਨੂੰ ਸਭ ਕੁਝ ਸਮਝ ਲਿਆ, ਸਮਝ ਲਓ ਅਜੇ ਤ੍ਰਿਸ਼ਨਾ ਦੇ ਅਧੀਨ ਹੋ ਕੇ ਆਪਣਾ ਉਹ ਜੀਵਨ ਬਤੀਤ ਕਰ ਰਿਹਾ ਹੈ। ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਫਿਰ ਪਾਤਸ਼ਾਹ ਕਹਿੰਦੇ ਨੇ ਸੁਖ ਕੈ ਖੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਚਾਹੁੰਦਾ ਸੁਖ ਹੈ ਪਰ ਪਾ ਦੁਖ ਰਿਹਾ ਏ। ਸੋਚਦਾ ਏ ਜੇ ਐਥੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸੁਖ ਨਹੀਂ ਮਿਲਿਆ, ਚਲੋ ਕਿਸੇ ਹੋਰ ਥਾਂ ਤੇ ਚਲੇ ਜਾਈਏ, ਕੀ ਫਰਕ ਪੈਂਦਾ ਹੈ। ਸੇਵ ਕਰਤ ਜਨ ਜਨ ਕੀ, ਜਰਾ ਜਾ ਕਿਸੇ ਨੇ ਦੱਸਿਆ ਉਹਦੀ ਜਾ ਕੇ ਸੇਵਾ ਕਰ, ਤੈਨੂੰ ਸੁਖ ਮਿਲੇਗਾ। ਸੋਚਿਆ ਵੀ ਕੋਈ ਨਹੀਂ, ਵਿਚਾਰਿਆ ਵੀ ਕੋਈ ਨਹੀਂ ਵੀ ਮੇਰਾ ਗੁਰੂ ਕੀ ਕਹਿੰਦਾ ਇਸ ਪ੍ਰਥਾਏ, ਮੇਰੇ ਗੁਰੂ ਦਾ ਉਪਦੇਸ਼ ਕੀ ਹੈ, ਮੇਰੇ ਗੁਰੂ ਦੀ ਸਿੱਖਿਆ ਕੀ ਹੈ, ਮੈਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਪਰ ਕਿਉਂਕਿ ਲੋਭ ਪ੍ਰਬਲ ਹੈ, ਆਸਾ ਲੱਗੀ ਹੋਈ ਹੈ ਧਨ ਦੀ। ਸੁਖ ਕੈ ਖੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰਕ ਹੈ ਦੁਆਰ ਸਵਾਨ, ਜਿਉ ਡੋਲਤ ਨਾ ਸੁਧ ਰਾਮ ਭਜਨ ਕੀ। ਪੰਜਾਬ ਦੇ ਵਿੱਚ ਤੁਸੀਂ ਵੇਖਿਆ ਪਿੰਡਾਂ ਵਿੱਚ ਨਾ, ਕਈ ਤੇ ਪਰਿਵਾਰ ਪਾਲਤੂ ਕੁੱਤੇ ਰੱਖਦੇ ਨੇ ਆਪਣੇ ਘਰਾਂ ਵਿੱਚ, ਤੇ ਅਵਾਰਾ ਕੁੱਤੇ ਬਹੁਤ ਤੁਰੇ ਫਿਰਦੇ ਨੇ। ਤੇ ਜਦੋਂ ਅਸੀਂ ਪਿੰਡਾਂ ਵਿੱਚ ਵਿਹੜੇ ਵਿੱਚ ਬਹਿ ਕੇ ਪ੍ਰਸ਼ਾਦਾ ਛਕਦੇ ਹਾਂ ਨਾ, ਮੰਜੇ ਤੇ ਬੈਠ ਕੇ, ਥੱਲੇ ਬੈਠ ਕੇ, ਆਮ ਤੁਸੀਂ ਵੇਖੋਗੇ ਵਿਹੜੇ ਤੋਂ ਥੋੜੀ ਦੂਰ ਅਵਾਰਾ ਕੁੱਤਾ ਉੱਥੇ ਬੈਠਾ ਹੁੰਦਾ ਹੈ। ਉਹਦੀ ਝਾਕ ਹੁੰਦੀ ਹੈ ਕਦੋਂ ਇੱਕ ਬੁਰਕੀ ਤੋੜੇ ਤੇ ਮੈਨੂੰ ਵੀ ਸੁੱਟੇ, ਮੈਂ ਵੀ ਬੁਰਕੀ ਖਾ ਲਵਾਂ। ਦੁਆਰੇ ਦੁਆਰ ਸਵਾਨ ਜਿਉ ਡੋਲਤ ਨਾ ਸੁਧ ਰਾਮ ਭਜਨ ਕੀ। ਕੁੱਤੇ ਦੇ ਵਾਂਗੂ ਕਦੀ ਕਿਸੇ ਦੇ ਦੁਆਰ ਤੇ ਭਟਕਦਾ ਫਿਰਦਾ ਏ, ਕਦੀ ਕਿਸੇ ਦੁਆਰ ਤੇ ਭਟਕਦਾ ਫਿਰਦਾ ਏ। ਇੱਕ ਦਾ ਹੋ ਕੇ ਰਹਿੰਦਾ ਨਾ ਕਿਤੇ, ਇੱਕ ਪਰਮਾਤਮਾ ਦੀ ਕਿਤੇ ਭਗਤੀ ਕਰ ਲੈਂਦਾ। ਗੁਰਬਾਣੀ ਅੰਦਰ ਕੁੱਤੇ ਦੇ ਗੁਣ ਤੇ ਕੁੱਤੇ ਦੇ ਅਵਗੁਣ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸ਼ਲੋਕਾਂ ਵਿੱਚ ਵੀ ਕੀਤੀ ਹੈ। ਨਾਲ ਹੀ ਬਿਲਕੁਲ ਇਕੱਠੇ ਸ਼ਲੋਕ ਆਏ ਨੇ। ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਗੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਜਿਹਦੇ ਮਨ ਵਿੱਚ ਇੱਕ ਪਰਮਾਤਮਾ ਦੀ ਭਗਤੀ ਨਹੀਂ, ਇਹ ਮੈਂ ਨਹੀਂ ਕਹਿ ਰਿਹਾ, ਇਹ ਗੱਲ ਮੇਰੇ ਤੇ ਵੀ ਢੁਕਦੀ ਹੈ।
जे एक परमात्मा की भगती नहीं, मैं कुत्ते वर्गा हाँ, मैं सूर वर्गा हाँ, उस आवारा कुत्ते वर्गा जिदा कोई मालक नहीं है, उस सूर वर्गा जिहड़ा गंदगी विच मूँह मारदा फिरदा है, उहदे वर्गा हाँ। पर सतगुरु आखन लगे मैं कुत्ते दे अवगुण की गल ते कर दिती, पर मैं तेनू परमात्मा की भगती का एक ढंग दसां। कहंदे ने जिहड़ा वफादार एक मालक का कुत्ता बन जाता है ना, किते ओहदे कोलों गुण भी लै लवे, स्वामी को गृह ज्यों सदा स्वान तजत नहीं नित, नानक एह बिद हर भजो एक मन होए एक चित। वो अपने मालक का दर, उन्हों लोड़ की है छड्डन दी, उन्हों पता है मालक ने समय अनुसार मैनू खाना भी दे देना है, मैनू भोजन भी दे देना है, मैनू अपने नाल सैर भी करवा के लियानी है, सब कुछ मिल जाना है, उन्हों भटकना की की लोड़ है। पर इत्थे ते कुत्ते दे वांगू भटकदा फिरदा है। बसंत राग अंदर भगत कबीर जी का शब्द ऐसे प्रथाए, सुरहा की जैसी तेरी चाल, तेरी पूंछट ऊपर चमक बाल, इस घर में है सो तू ढूंढ खांगे, और किसी ही के तू मत ही जागे। ए जीव रूपी कुत्ते एक घर दा बन के रहे, एक दा वफादार बन के रहे। जो तेनू मिलता है ना, पाप धर्म की किरत करदे आ, ओहदे उत्ते सबर संतोख नाल अपनी जिंदगी बतीत कर। तृष्णालू ना बन, लालची ना बन। फिर नाल कुत्ते दा अवगण उत्ते फिर दसिया, चाकी चाट है चून खाहे, चाकी का चीथरा कहाँ ले जागे। पुरातन वेले ना ਚੱਕੀਆਂ ਜਿਹੜੀਆਂ ਘਰ ਵਿੱਚ ਜਿਹਦੇ ਨਾਲ ਕਣਕ ਪੀਸੀ ਜਾਂਦੀ ਸੀ, ਕੋਈ ਵੀ ਚੀਜ਼ ਘਰ ਦੀਆਂ ਚੱਕੀਆਂ ਨਾਲ ਬੀਬੀਆਂ ਪੀਂਦੀਆਂ ਸਨ। ਫਿਰ ਉਹ ਚੱਕੀ ਨੂੰ ਸਾਫ਼ ਕਰਨ ਲਈ ਇੱਕ ਉੱਥੇ ਕੱਪੜਾ ਪਿਆ ਹੁੰਦਾ ਸੀ, ਉਹਨੂੰ ਚੀਥਰਾ ਕਿਹਾ ਤੇ ਭਗਤ ਕਬੀਰ ਜੀ ਨੇ। ਕਹਿਣ ਲੱਗੇ ਕੁੱਤੇ ਮੰਨ ਲਿਆ ਤੂੰ, ਚਲੋ ਚੱਕੀ ਉੱਤੇ ਥੋੜਾ ਜਿਹਾ ਆਟਾ ਲੱਗਾ ਸੀ ਉਹ ਵੀ ਤੂੰ ਚੱਟ ਲਿਆ, ਆਟਾ ਖਾ ਵੀ ਲਿਆ, ਚੱਕੀ ਚੱਟ ਵੀ ਲਈ। ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਇਹ ਚੱਕੀ ਸਾਫ਼ ਕਰਨ ਵਾਲਾ ਕੱਪੜਾ ਇਹ ਚੋਂ ਤੂੰ ਕੀ ਕੱਢਣਾ ਚਾਹੁੰਦਾ ਹੈ? ਤ੍ਰਿਸ਼ਨਾਲੂ ਹੈ, ਪਤਾ ਨਹੀਂ ਇਹ ਚੋਂ ਕੀ ਮਿਲੇਗਾ। ਚਾਕੀ ਕਾ ਚੀਥਰਾ ਕਹਾਂ ਲੈ ਜਾਗੇ। ਫਿਰ ਆਖਣ ਲੱਗੇ ਇੱਥੇ ਬਸ ਨਹੀਂ, ਛੀਕੇ ਪਰ ਤੇਰੀ ਬਹੁਤ ਡੀਠ, ਮਤ ਲੱਕਰੀ ਸੋਟਾ ਤੇਰੀ ਪਰੈ ਪੀਠ। ਅੱਜ ਕੱਲ੍ਹ ਤੇ ਘਰਾਂ ਵਿੱਚ ਫਰਿੱਜ ਆ ਗਏ, ਅਲਮਾਰੀਆਂ ਆ ਗਈਆਂ। ਪੁਰਾਤਨ ਬਜ਼ੁਰਗ ਜਾਣਦੇ ਨੇ, ਪਹਿਲਾਂ ਪਹਿਲਾਂ ਛਿੱਕੇ ਵਿੱਚ ਕੋਈ ਚੀਜ਼ ਬਚ ਜਾਂਦੀ ਸੀ, ਉਹਨੂੰ ਉੱਪਰ ਟੰਗ ਕੇ ਰੱਖ ਦਿੱਤਾ ਜਾਂਦਾ ਸੀ ਤਾਂ ਕਿ ਕੁੱਤੇ ਤੋਂ ਬਿੱਲੀ ਤੋਂ ਬਚੀ ਰਵੇ। ਉਹਨੂੰ ਛਿੱਕਾ ਕਹਿੰਦੇ ਸਨ, ਰੱਸੀਆਂ ਦਾ ਬਣਿਆ ਹੋਇਆ। ਪਰ ਕੁੱਤੇ ਦੀ ਨਿਗਾਹ ਉੱਪਰ ਵੀ ਹੈ, ਮਾਰਾਂ ਝਪੱਟਾ ਜੋ ਲੱਗਾ ਉਹ ਵੀ, ਚੱਕੀ ਵੀ ਚੱਟ ਲਈ, ਆਟਾ ਵੀ ਖਾ ਲਿਆ, ਚੱਕੀ ਦਾ ਚੀਥਰਾ ਵੀ ਲੈ ਗਿਆ ਤੇ ਨਾਲ ਉਹ ਛਿੱਕੇ ਤੇ ਵੀ ਬਹੁਤ ਹੈ। ਪਰ ਕਹਿੰਦੇ ਨੇ ਖਿਆਲ ਰੱਖੀ, ਵੇਖੀ ਮਤਾਂ ਕਿਤੇ ਮਾਲਕ ਤੇਰੀ ਪਿੱਠ ਤੇ ਸੋਟਾ ਆ ਕੇ ਮਾਰੇ। ਕਹੋ ਕਬੀਰ ਭੋਗ ਭਲੇ ਕੀਨ, ਮਤ ਕੋ ਮਾਰੇ ਈਟ ਢੇਮ। ਕਹਿੰਦੇ ਨੇ ਇੰਨੇ ਭੋਗ ਭੋਗ ਕੇ ਅੱਗੇ ਵੀ ਤੂੰ ਰੱਜਿਆ ਕੋਈ ਨਹੀਂ। ਸੱਚ ਜਾਣਿਓ, ਜਿਸ ਮਨੁੱਖ ਦੇ ਮਨ ਅੰਦਰ ਗੁਰੂ ਕੀ ਮਤ ਨੇ ਆ ਕੇ ਟਿਕਾਣਾ ਨਹੀਂ ਕੀਤਾ, ਗੁਰੂ ਦਾ ਸ਼ਬਦ ਨਹੀਂ ਵਸਿਆ, ਅਜੇ ਵੀ ਉੱਥੇ ਤ੍ਰਿਸ਼ਨਾ ਦੀ ਪਰਮਾਰ ਹੋਵੇਗੀ। ਉਹ ਜੋ ਕੁਝ ਵੀ ਕਰੇਗਾ ਤ੍ਰਿਸ਼ਨਾ ਦੇ ਅਧੀਨ ਕਰੇਗਾ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੈਂ ਬਚਨ ਪੜ੍ਹ ਰਿਹਾ ਸਾਂ ਨਾ, ਦੁਆਰੇ ਹੈ ਦੁਆਰ ਸਵਾਨ ਜਿਉ ਡੋਲਤ, ਨਾ ਸੁਧ ਰਾਮ ਭਜਨ ਕੀ। ਫਿਰ ਆਖ ਲਗੇ ਮਾਨਸ ਜਨਮ ਅਕਾਰਤ ਖੋਵਤ, ਲਾਜ ਨਾ ਲੋਕ ਹਸਨ ਕੀ। ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਐਨਾ ਮਨੁੱਖਾ ਜਨਮ ਵਧੀਆ ਮਿਲਿਆ ਸੀ, ਅਜਾਈ ਗਵਾ ਦਿੱਤਾ। ਕਹਿੰਦੇ ਨੇ ਇਹਨੂੰ ਸ਼ਰਮ ਵੀ ਨਹੀਂ ਆਉਂਦੀ ਕਿ ਲੋਕੀ ਮੇਰੇ ਤੇ ਹੱਸਣਗੇ। ਲੋਕੀ ਕੀ ਆਖਣਗੇ ਕਿ ਜਨਮ ਇਹਦਾ ਮਨੁੱਖਾਂ ਵਾਲਾ ਹੈ ਤੇ ਇਹਦੇ ਕਰਮ ਕਿਹੜੇ ਨੇ। ਲਾਜ ਨਾ ਲੋਕ ਹਸਨ ਕੀ, ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਹੁਣ ਜਿਹਦੇ ਅੰਦਰ ਤ੍ਰਿਸ਼ਨਾ ਆ ਗਈ, ਗੁਰੂ ਕੇ ਪਿਆਰ ਵਾਲਿਓ, ਭਟਕਣ ਲੱਗ ਪਿਆ ਤੇ ਉਹਨੂੰ ਦੂਜੇ ਦੇ ਵਿੱਚੋਂ ਪ੍ਰਮਾਤਮਾ ਦੀ ਜੋਤ ਕਿੱਥੇ ਦਿਸਣੀ ਹੈ। ਜੇ ਪ੍ਰਮਾਤਮਾ ਦੀ ਜੋਤ ਉਹਨੂੰ ਦੂਜੇ ਅੰਦਰੋਂ ਦਿਸ ਪਈ ਤੇ ਉਹ ਕਿਵੇਂ ਕਿਸੇ ਨਾਲ ਠੱਗੀ ਠੋਰੀ ਮਾਰੇਗਾ, ਕਿਵੇਂ ਕਿਸੇ ਦਾ ਕਤਲ ਕਰੇਗਾ, ਕਿਵੇਂ ਕਿਸੇ ਨਾਲ ਝੂਠ ਬੋਲੇਗਾ।
ਭਾਵ ਜਿਹਦੇ ਅੰਦਰ ਇਹ ਚੀਜ਼ਾਂ ਮਿਟ ਜਾਂਦੀਆਂ ਨੇ, ਇਹ ਵਿਕਾਰ, ਉੱਥੇ ਸਮਝ ਲਵੋ ਇੱਕ ਤੇ ਭਰੋਸਾ ਬਣ ਜਾਂਦਾ ਹੈ। ਭਟਕਣਾ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਇੱਕ ਕਵਿਤ ਦੇ ਅੰਦਰ ਬੜੀਆਂ ਸੁੰਦਰ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਭਟਕਣਾ ਕਿਉਂ ਬਣੀ ਰਹਿੰਦੀ ਹੈ। ਇੱਥੇ ਦਸ਼ਨਾ ਤ੍ਰਿਸ਼ਨਾ ਦੇ ਅਧੀਨ ਭਾਈ ਸਾਹਿਬ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਜਿਵੇਂ ਆਕਾਸ਼ ਵਿੱਚ ਪਤੰਗ ਉੱਡਦੀ ਹੈ। ਕੱਲ ਮੈਂ ਵਿਆਖਿਆ ਕਰਦਿਆਂ ਭਗਤ ਨਾਮਦੇਵ ਜੀ ਦਾ ਸ਼ਬਦ, ਉੱਥੇ ਦ੍ਰਿਸ਼ਟਾਂਤ ਹੋਰ ਸੀ ਪਤੰਗ ਵਾਲਾ, ਪਰ ਅੱਜ ਇੱਥੇ ਹੋਰ ਹੈ। ਭਾਈ ਸਾਹਿਬ ਕਹਿੰਦੇ ਨੇ ਪਤੰਗ ਨਾ ਹਵਾ ਨਾ ਚੱਲੇ। ਪਤੰਗ ਕਦੀ ਵੀ ਆਕਾਸ਼ ਵਿੱਚ ਕਦੀ ਸਾਊਥ, ਕਦੀ ਨਾਰਥ, ਕਦੀ ਈਸਟ, ਕਦੀ ਵੈਸਟ, ਭਾਵ ਕਦੀ ਕਿਸ ਦਿਸ਼ਾ ਵੱਲ ਕਦੀ ਕਿਸ ਦਿਸ਼ਾ ਵੱਲ ਪਤੰਗ ਜਿਹੜੀ ਹੈ ਹਵਾ ਦੇ ਕਾਰਨ ਡੋਲਦੀ ਫਿਰਦੀ ਹੈ, ਭਟਕਦੀ ਫਿਰਦੀ ਹੈ। ਕਾਰਨ ਕੀ ਹੈ? ਹਵਾ। ਜਿਸ ਮਨੁੱਖ ਦੇ ਅੰਦਰ ਤ੍ਰਿਸ਼ਨਾ ਦੀ ਹਵਾ ਵਗ ਜਾਏ ਉਹ ਕਿਉਂ ਨਹੀਂ ਡੋਲੇਗਾ? ਉਹ ਕਿਵੇਂ ਟਿਕਾ ਵਿੱਚ ਆਵੇਗਾ? ਭਾਈ ਸਾਹਿਬ ਜੀ ਕਹਿੰਦੇ ਨੇ ਪਵਨ ਗਵਨ ਜੈਸੇ ਗੁੱਡੀਆ ਉਡਤ ਰਖੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਹਵਾ ਨਾ ਹੋਵੇ ਤੇ ਪਤੰਗ ਕਦੀ ਉੱਡ ਨਹੀਂ ਸਕਦੀ। ਭਾਈ ਸਾਹਿਬ ਨੇ ਦੂਜੀ ਉਦਾਹਰਨ ਦਿੱਤੀ, ਆਖਣ ਲੱਗੇ ਲੱਕੜ ਦਾ ਲੱਟੂ ਹੁੰਦਾ ਏ, ਉਹਦੇ ਦੁਆਲੇ ਰੱਸੀ ਲਵੇਟ ਕੇ ਆਪਾਂ ਜਦੋਂ ਖਿੱਚਦੇ ਆ ਨਾ ਤੇ ਉਹ ਚੱਕਰ ਕੱਟਦਾ ਧਰਤੀ ਦੇ ਉੱਤੇ, ਡੋਲਦਾ ਕਦੀ ਇੱਧਰ ਕਦੀ ਉੱਧਰ, ਅਖੀਰ ਤੇ ਜਾ ਕੇ ਥੱਕ ਟੁੱਟ ਕੇ ਇੱਕ ਥਾਂ ਤੇ ਟਿਕਾ ਵਿੱਚ ਆ ਜਾਂਦਾ ਹੈ। ਕਹਿੰਦੇ ਨੇ ਭਟਕਣਾ ਉਹਨਾਂ ਚਿਰ ਬਣੀ ਹੋਈ ਸੀ ਜਿੰਨਾ ਚਿਰ ਉਹ ਰੱਸੀ ਦੁਆਰਾ ਖਿੱਚੀ ਹੋਈ ਤਾਕਤ ਉਹਦੇ ਕੋਲ ਸੀ। ਡੋਰੀ ਕੇ ਮਰੋਰ ਜੈਸੇ ਲਟੂਆ ਫਿਰਤ ਰਖੈ, ਤਾਓ ਖਾਓ ਮਿਟੇ ਗਿਰ ਪਰੇ ਖੁਐ ਥਕਤ ਹੈ। ਭਾਈ ਸਾਹਿਬ ਨੇ ਸੋਨੇ ਦੀ ਮਿਸਾਲ ਦਿੱਤੀ। ਆਖਣ ਲੱਗੇ ਸੋਨੇ ਨੂੰ ਕੁਠਾਲੀ ਵਿੱਚ ਪਾ ਕੇ ਜਦੋਂ ਸੁਨਿਆਰੇ ਨੇ ਅੱਗ ਉੱਤੇ ਰੱਖਿਆ ਤੇ ਜਿੰਨਾ ਚਿਰ ਉਹਦੇ ਵਿੱਚ ਖੋਟ ਸੀ ਨਾ ਤੇ ਉਹ ਸੋਨਾ ਕੁਠਾਲੀ ਵਿੱਚ ਪਿਆ ਹੋਇਆ ਭਟਕਦਾ ਫਿਰਦਾ ਰਿਹਾ। ਧੰਨ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਦੇ ਬਚਨ ਵੀ ਨੇ, ਜਿਉਂ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਸ਼ੁੱਧ ਭਏ ਹੈ ਬਾਰਹ ਤਬ ਤੇ ਥਾਨ ਥਿਰੋ। ਕਹਿੰਦੇ ਨੇ ਜਿਵੇਂ ਸੋਨਾ ਕੁਠਾਲੀ ਵਿੱਚ ਪਾਇਆ ਗਿਆ, ਜਿੰਨਾ ਚਿਰ ਖੋਟ ਸੀ ਉੱਥੇ ਦੌੜਦਾ ਫਿਰਦਾ ਰਿਹਾ, ਪਰ ਜਦੋਂ ਖੋਟ ਖਤਮ ਹੋ ਗਈ ਕੁਠਾਲੀ ਵੀ ਹੋ ਗਈ ਹੈ, ਸੁਨਿਆਰਾ ਵੀ ਹੋ ਗਈ ਹੈ, ਸਭ ਕੁਝ ਹੋ ਗਈ ਹੈ, ਪਰ ਉਹ ਟਿਕਾ ਵਿੱਚ ਆ ਜਾਂਦਾ ਹੈ। ਕੰਚਨ ਅਸ਼ੁੱਧ ਜਿਉਂ ਕੋਠਾਰੀ ਠਹਿਰਾਤ ਨਹੀਂ, ਸ਼ੁੱਧ ਭਏ ਨਿਹਚਲ ਛਬ ਕੈ ਛਕਤ ਹੈ। ਜਦੋਂ ਖੋਟ ਖਤਮ ਹੋ ਗਿਆ ਨਾਲੇ ਸ਼ੁੱਧਤਾ ਵੀ ਆ ਗਈ, ਪਵਿੱਤਰ ਹੋ ਗਿਆ ਸੋਨਾ, ਚਮਕ ਵਿੱਚ ਵਾਧਾ ਵੀ ਹੋ ਗਿਆ ਤੇ ਨਾਲੇ ਟਿਕਾ ਵਿੱਚ ਆ ਕੇ ਬੈਠ ਗਿਆ। ਤੇ ਭਾਈ ਸਾਹਿਬ ਕਹਿੰਦੇ ਨੇ ਦੁਰਮਤ ਭੈੜੀ ਮਤ, ਦੁਬਦਾ ਭ੍ਰਮਤ ਚਤੁਰ ਕੁੰਟ, ਭੈੜੀ ਮਤ ਕਰਕੇ ਦੁਬਦਾ ਵਿੱਚ ਪਿਆ ਹੋਇਆ ਇਹ ਚੌਵਾਂ ਦਿਸ਼ਾਵਾਂ ਵੱਲ ਦੌੜਦਾ ਫਿਰਦਾ ਸੀ। ਪਰ ਹੁਣ ਕੀ ਹੋਇਆ? ਗੁਰਮਤ, ਜਦੋਂ ਗੁਰੂ ਦੀ ਮਤ ਆਈ ਫਿਰ ਏਕ ਟੇਕ, ਇੱਕ ਤੇ ਟੇਕ ਬਣ ਗਈ, ਇੱਕ ਤੇ ਭਰੋਸਾ ਬਣ ਗਿਆ। ਮੌਨ ਨਾ ਬਕਤ ਹੈ। ਮੌਨ ਦਾ ਇੱਥੇ ਇਹ ਭਾਵ ਨਹੀਂ ਕਿ ਬਿਲਕੁਲ ਚੁੱਪ ਧਾਰਨ ਕਰ ਲੈਂਦਾ, ਮੈਂ ਤੇ ਕਿਸੇ ਨਾਲ ਬੋਲਣਾ ਹੀ ਕੋਈ ਨਹੀਂ, ਨਹੀਂ। ਮੌਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ। ਸਤਿਗੁਰਾਂ ਨੇ ਆਸਾ ਕੀ ਵਾਰ ਵਿੱਚ ਜਿਹੜੇ ਮੌਨ ਧਾਰਨ ਕਰਦੇ ਨੇ ਉਹਨਾਂ ਨੂੰ ਸਮਝਾਇਆ, ਉਹ ਪ੍ਰਮਾਤਮਾ ਨੇ ਜ਼ੁਬਾਨ ਦਿੱਤੀ ਹੈ ਮੌਨ ਧਾਰਨ ਕਰਨ ਵਾਸਤੇ ਨਹੀਂ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਪ੍ਰਮਾਤਮਾ ਦਾ ਨਾਮ ਕੁਝ ਸੁਣੋ ਵੀ ਤੇ ਕੁਝ ਬੋਲੋ ਵੀ, ਇਸ ਵਾਸਤੇ ਜ਼ੁਬਾਨ ਦਿੱਤੀ ਹੈ। ਪਰ ਇੱਥੇ ਮੌਨ ਦਾ ਅਰਥ ਹੈ ਬਹੁਤਾ ਨਹੀਂ ਬੋਲਣਾ, ਨਾ ਬਕਤ ਹੈ, ਫਿਰ ਉਹ ਬਹੁਤਾ ਨਹੀਂ ਬੋਲਦਾ। ਤੇ ਅੱਜ ਦੇ ਇਸ 11ਵੇਂ ਪਦੇ ਰਾਹੀਂ ਧੰਨ ਗੁਰੂ ਅਰਜਨ ਦੇ ਪਿਤਾ ਜੀ ਨੇ ਜੋ ਮਹਿਰਾਮਤ ਕੀਤੀ ਹੈ, ਜੋ ਬਖਸ਼ਿਸ਼ ਕੀਤੀ ਹੈ, ਮੈਂ ਅਖੀਰਲੀ ਪੰਕਤੀ ਤੋਂ ਅਰਥ ਸ਼ੁਰੂ ਕਰਨ ਲੱਗਾ। ਆਦ ਮਦ ਅੰਤ ਪ੍ਰਭ ਰਵਿਆ, ਤ੍ਰਿਸ਼ਨ ਬੁੱਝੀ ਭਰ ਮੰਗਣਾ। ਜਿਨ੍ਹਾਂ ਉੱਤੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਰਹਿਮਤ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਦੀ ਤ੍ਰਿਸ਼ਨਾ ਅਤੇ ਪਰਮੰਗਣਾ। ਬੁੱਝੀ ਸ਼ਬਦ ਜਿਹੜਾ ਹੈ ਨਾ, ਇਹ ਦੋਨਾਂ ਵਾਸਤੇ ਜੇ।
ਤ੍ਰਿਸ਼ਨਾ ਵੀ ਬੁੱਝ ਗਈ ਤੇ ਭਟਕਣਾ ਵੀ ਬੁੱਝ ਗਈ, ਭਾਵ ਹੈ ਖਤਮ ਹੋ ਗਈ। ਇਹ ਨਹੀਂ ਕਿ ਤ੍ਰਿਸ਼ਨਾ ਬੁੱਝ ਗਈ ਤੇ ਫਿਰ ਉਹ ਭਟਕਣ ਲੱਗ ਪਿਆ, ਨਾ। ਗੁਰਬਾਣੀ ਅੰਦਰ ਐਸੇ ਸ਼ਬਦ ਜਿਹੜੇ ਦੋਨੋਂ ਪਾਸੇ ਅਰਥ ਦਿੰਦੇ ਨੇ ਨਾ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਵਿਆਕਰਣ 'ਚ ਇਹਨੂੰ ਦੇਲੀ ਦੀਪਕ ਆਖਿਆ। ਦੇਲੀ ਦੀਪਕ ਦਾ ਮਤਲਬ ਹੁੰਦਾ ਸੀ ਜਿਵੇਂ ਦਰਵਾਜ਼ੇ ਦੀ ਡਿਉੜੀ ਹੋਵੇ ਨਾ, ਉਹਦੇ ਵਿੱਚ ਦੀਵਾ ਜਗਦਾ ਰੱਖ ਦਿਓ ਰਾਤ ਨੂੰ, ਚਾਨਣ ਅੰਦਰ ਵੀ ਦੇਵੇ ਤੇ ਬਾਹਰ ਵੀ ਬਰਾਬਰ ਦੇਵੇ। ਅੰਦਰ ਵੀ ਚਾਨਣ ਦੇ ਰਿਹਾ ਤੇ ਬਾਹਰ ਵੀ, ਦੋਨੋਂ ਪਾਸੇ ਚਾਨਣ ਦੇ ਰਿਹਾ। ਦੇਲੀ ਦੀਪਕ। ਐਸੇ ਗੁਰਬਾਣੀ ਅੰਦਰ ਅਨੇਕਾਂ ਸ਼ਬਦ ਨੇ ਜਿਨ੍ਹਾਂ ਦਾ ਦੋਨੋਂ ਪਾਸੇ ਅਰਥ ਲਾ ਕੇ ਹੀ ਗੱਲ ਬਣਦੀ। ਜਿਵੇਂ ਪਾਤਾਲਾਂ ਪਾਤਾਲ, ਲੱਖ, ਆਗਾਸਾਂ ਆਗਾਸ। ਹੁਣ ਲੱਖ ਸ਼ਬਦ ਕੇਵਲ ਪਾਤਾਲ ਵਾਸਤੇ ਨਹੀਂ ਆਇਆ, ਆਕਾਸ਼ ਵਾਸਤੇ ਵੀ ਆਇਆ, ਪਰ ਲੱਖ ਇੱਕੋ ਵਾਰੀ ਆਇਆ ਨਾ, ਦੋਨੋਂ ਪਾਸੇ ਲੱਗੇਗਾ। ਇੱਥੇ ਵੀ ਤ੍ਰਿਸ਼ਨ ਬੁੱਝੀ ਭਰ ਮੰਗਣਾ, ਇੱਥੇ ਤ੍ਰਿਸ਼ਨਾ ਵੀ ਬੁੱਝ ਗਈ ਤੇ ਭਟਕਣਾ ਵੀ ਦੂਰ ਹੋ ਗਈ। ਹੁਣ ਸਮਝ ਆ ਗਈ ਆਦ ਮਦ ਅੰਤ ਪ੍ਰਭ ਰਵਿਆ, ਭਾਵ ਸਾਰਿਆਂ ਦਾ ਮੁੱਢ ਵੀ ਉਹੀ ਹੈ। ਆਦ ਦਾ ਮਤਲਬ ਹੈ ਮੁੱਢ। ਯਾਦ ਰੱਖਿਓ, ਸਾਡਾ ਸਾਰਿਆਂ ਦਾ ਮੁੱਢ ਇਹ ਉਹ ਹੈ, ਸਾਰੀ ਕਾਇਨਾਤ ਦਾ ਮੁੱਢ ਉਹ ਹੈ। ਪਰ ਉਹਦਾ ਮੁੱਢ ਕੀ ਹੈ, ਉਹ ਕਦੋਂ ਸ਼ੁਰੂ ਹੋਇਆ, ਉਹਦਾ ਆਦ ਕੀ ਹੈ, ਉਹਦਾ ਅੰਤ ਕੀ ਹੈ, ਇਹਦੇ ਬਾਰੇ ਕੋਈ ਕੁਝ ਜਾਣ ਨਹੀਂ ਸਕਦਾ। ਤੇ ਜਿਨ੍ਹਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਵੀ ਨਾ, ਉਹ ਕੁਝ ਨਾ ਪ੍ਰਾਪਤ ਕਰ ਸਕੇ, ਇਸੇ ਪਿੱਛੇ ਲੱਗੇ ਰਹੇ। ਨਾ ਪ੍ਰਭੂ ਦੀ ਲੀਨਤਾ ਪ੍ਰਾਪਤ ਹੋ ਸਕੀ, ਇਸੇ ਭਟਕਣਾ ਵਿੱਚ ਹੀ ਪੈ ਰਹੇ। ਇਹ ਵੀ ਇੱਕ ਭਟਕਣਾ ਹੈ। ਮੈਂ ਪ੍ਰਭੂ ਦਾ ਅੰਤ ਪਾ ਲਵਾਂ, ਪ੍ਰਭੂ ਕਦੋਂ ਬਣਿਆ ਸੀ, ਕਦੋਂ ਸ੍ਰਿਸ਼ਟੀ ਬਣੀ ਸੀ, ਕਈ ਇਸੇ ਪਾਸੇ ਲੱਗੇ ਰਹਿੰਦੇ ਨੇ। ਤੇ ਸਤਿਗੁਰਾਂ ਨੇ ਜਪ ਬਾਣੀ ਅੰਦਰ ਤੇ ਬਖਸ਼ਿਸ਼ ਕਰ ਦਿੱਤੀ, ਆਖਣ ਲੱਗੇ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਵ ਸਾ ਲਾਂਗੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ, ਆਖਣ ਨੂੰ ਤੇ ਹਰ ਕੋਈ ਕਹਿੰਦਾ ਹੈ, ਇੱਕ ਦੂ ਇੱਕ ਸਿਆਣਾ। ਪਰ ਇੱਥੇ ਤਾਂ ਵੱਡਾ ਸਾਹਿਬ, ਵੱਡੀ ਨਾਈ, ਕੀਤਾ ਜਾਕਾ ਹੋਵੇ। ਨਾਨਕ ਜੇ ਕੋ ਆਪੋਂ ਜਾਣੇ, ਅੱਗੇ ਗਿਆ ਨਾ ਸੋ ਹੈ। ਜਿਹੜਾ ਆਪਣੇ ਆਪ ਨੂੰ ਜਨਾਉਂਦਾ ਹੈ, ਉਹਦੀ ਦਰ ਤੇ ਕਦੀ ਉਹ ਸ਼ੋਭਾ ਨਹੀਂ ਪ੍ਰਾਪਤ ਕਰ ਸਕਦਾ। ਤੇ ਸਤਿਗੁਰੂ ਨੇ ਕਿਰਪਾਲਤਾ ਕੀਤੀ, ਆਖਣ ਲੱਗੇ ਆਦ ਮਦ ਅਤੇ ਅੰਤ। ਮੁੱਢ ਵਿੱਚ ਵੀ, ਵਿਚਕਾਰ ਵਿੱਚ ਵੀ, ਅੰਤ ਵਿੱਚ ਵੀ ਉਹ ਪ੍ਰਭੂ ਜਿਹੜਾ ਹੈ ਉਹ ਰਵਿਆ ਹੋਇਆ ਹੈ। ਇਹ ਸ਼ਬਦ ਆਦ ਮਦ ਤੇ ਅੰਤ ਨਾ ਗੁਰਬਾਣੀ ਵਿੱਚ ਸ਼ੁਰੂਆਤ ਵੇਲੇ ਵੀ, ਵਿਚਕਾਰ ਵੀ ਤੇ ਅਖੀਰ ਤੇ ਵੀ ਇਹ ਪੰਕਤੀ ਕਈ ਵਾਰੀ ਵੱਖ-ਵੱਖ ਰੂਪਾਂ ਵਿੱਚ ਆਈ ਹੈ। ਪਰ ਪਤਾ ਨਹੀਂ ਸਾਡੇ ਵਿੱਚ ਕਦੋਂ ਤੱਕ ਭੁਲੇਖਾ ਪੈ ਗਿਆ, ਜਦੋਂ 705 ਅੰਕ ਤੇ ਅਸੀਂ ਜੈਸਰੀ ਕੀ ਵਾਰ ਪੜ੍ਹਦੇ ਹਾਂ ਨਾ, ਸ਼ੁਰੂਆਤ ਹੁੰਦੀ ਹੈ ਵਾਰ, ਜੈਸਰੀ ਕੀ ਵਾਰ ਸ਼ਲੋਕਾਂ ਨਾਲ, ਆਦ ਪੂਰਨ, ਮਦ ਪੂਰਨ, ਅੰਤ ਪੂਰਨ ਪਰਮੇਸ਼ਰਾ। ਉੱਥੇ ਘਰ ਵਾਲਿਆਂ ਨੂੰ, ਜਿਨ੍ਹਾਂ ਨੇ ਖੰਡ ਪਾਠ ਰਖਾਇਆ ਹੋਵੇ, ਪਾਠ ਕਰਨ ਵਾਲਿਆਂ ਨੂੰ ਵਕਤ ਪੈ ਜਾਂਦਾ, ਆਓ ਵੀ ਫਟਾਫਟ ਮੱਧ ਦੀ ਅਰਦਾਸ ਕਰੋ। ਅਸੀਂ ਸੋਚਦੇ ਹਾਂ ਮੱਧ ਆ ਗਿਆ, ਹਾਲਾਂਕਿ ਗੁਰਬਾਣੀ ਦਾ ਜੇ ਅੰਕ ਕਰਕੇ ਆਪਾਂ ਮੱਧ ਮੰਨ ਕੇ ਚੱਲੀਏ ਨਾ, ਤੇ ਸਿੱਧਾ ਸਾਨੂੰ ਕੋਈ ਇੰਨਾ ਵੀ ਛੋਟੇ ਜਿਹੇ ਬੱਚੇ ਨੂੰ ਪੁੱਛੋ ਨਾ 1430 ਦਾ ਅੱਧ ਕੀ ਹੁੰਦਾ ਹੈ, ਤੇ ਉਹ ਵੀ ਤੁਹਾਨੂੰ ਫਟਾਫਟ ਡਿਵਾਈਡ ਕਰਕੇ ਦੱਸ ਦੇਗਾ ਵੀ 715 ਹੁੰਦਾ ਹੈ। ਅਸੀਂ 705 ਨੂੰ ਮੱਧ ਸਮਝੀ ਫਿਰਦੇ ਹਾਂ। ਨਾਲੇ ਗੁਰਬਾਣੀ ਦਾ ਮੱਧ ਕੀ ਹੈ, ਉਸ ਪਰਮੇਸ਼ਰ ਦਾ ਮੱਧ ਤੇ ਕੁਝ ਵੀ ਨਹੀਂ ਹੈ। ਗੁਰੂ ਕੇ ਪਿਆਰ ਵਾਲਿਓ, ਤੇ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਏ। ਇਹ ਬਾਣੀ ਨਹੀਂ ਉਸੇ ਦੀ ਜੇ, ਨਿਰੰਕਾਰ ਦੀ ਬਾਣੀ ਹੈ, ਧਨਤਾ ਦੇ ਯੋਗ ਹੈ। ਇਸ ਕਰਕੇ ਆਦ ਦੀ ਅਰਦਾਸ ਹੁੰਦੀ ਹੈ ਤੇ ਅੰਤ ਦੀ ਹੁੰਦੀ ਹੈ। ਪ੍ਰਚਲਿਤ ਹੋ ਚੁੱਕਾ ਹੈ, ਪਤਾ ਨਹੀਂ ਉਹ ਅਰਦਾਸ ਦੂਜੇ ਦਿਨ ਦੇਗ ਦੀ ਕਰਦੇ ਸਨ, ਇਸ ਕਰਕੇ ਦੇਗ ਅੱਜ ਖਤਮ ਹੋ ਗਈ, ਦੂਜੇ ਦਿਨ ਦੇਗ ਬਣਾਓ, ਤੇ ਉਹ ਪਤਾ ਨਹੀਂ ਇਹ ਪ੍ਰਚਲਿਤ ਕਰ ਲਿਆ ਜੀ, ਮੱਧ ਦੀ ਅਰਦਾਸ ਸ਼ੁਰੂ ਹੋ ਗਈ। ਗੁਰਬਾਣੀ ਅੰਦਰ ਜਿੱਥੇ ਵੀ ਆਦ ਮੱਧ ਅੰਤ ਸ਼ਬਦ ਆਇਆ, ਉੱਥੇ ਅਸੀਂ ਭੁਲੇਖਾ ਨਾ ਪੈ ਜਾਈਏ ਬਾਣੀ ਦਾ ਮੱਧ ਹੈ, ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਮੱਧ ਹੈ, ਨਹੀਂ। ਉਹ ਕਰਤੇ ਅਕਾਲ ਪੁਰਖ ਵਾਸਤੇ ਸਤਿਗੁਰੂ ਨੇ ਬਚਨ ਵਰਤੇ ਨੇ। ਇੱਥੇ ਵੀ ਇਹੀ ਆਦ ਮੱਧ ਅੰਤ ਪ੍ਰਭ ਰਵਿਆ, ਤ੍ਰਿਸ਼ਨ ਬੁੱਝੀ ਪਰਮੰਗਣਾ। ਗੁਰੂ ਦੀ ਕਿਰਪਾ ਨਾਲ ਫਿਰ ਸਮਝ ਆ ਗਈ ਸਾਰਿਆਂ ਦਾ ਮੁੱਢ ਉਹ ਹੈ, ਸਾਰਿਆਂ ਦੇ ਵਿਚਕਾਰ ਵੀ ਉਹੀ ਹੈ, ਸਾਰਿਆਂ ਦਾ ਅੰਤ ਵੀ ਉਹੀ ਹੈ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਇਸ ਗੱਲ ਦੀ ਸਮਝ ਆ ਗਈ ਤੇ ਸਤਿਗੁਰਾਂ ਨੇ ਹੋਰ ਵੀ ਕਿਰਪਾਲਤਾ ਕੀਤੀ ਹੈ। ਇਸ 11ਵੇਂ ਪਦੇ ਦੀਆਂ ਪਹਿਲੀਆਂ ਪੰਕਤੀਆਂ ਨੇ, ਏਕੋ ਏਕ ਰਵਿਆ ਸਭ ਠਾਈ। ਬਸ ਇੱਕੋ ਹੀ ਇੱਕ ਸਾਰਿਆਂ ਥਾਵਾਂ ਤੇ ਉਹ ਰਵਿਆ ਹੋਇਆ ਏ, ਸਮਾਇਆ ਹੋਇਆ ਏ। ਤਿਸ ਬਿਨ
ਉਸ ਤੋਂ ਬਗੈਰ ਦੂਜਾ ਕੋਈ ਖੋਏ ਨਹੀਂ। ਤੁਝ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੇਰੇ ਤੋਂ ਬਗੈਰ ਦੂਜਾ ਹੋਰ ਕੋਈ ਹੈ ਹੀ ਕੋਈ ਨਹੀਂ। ਇਸ ਕਰਕੇ ਸਭ ਕੁਝ ਤੂੰ ਹੀ ਹੈ, ਸਭ ਦਾ ਮੁੱਢ ਵੀ ਤੂੰ ਹੈ, ਵਿਚਕਾਰ ਅੰਤ ਸਭ ਕੁਝ ਤੂੰ ਹੈ। ਤੇ ਜੇ ਕਦੀ ਉਸ ਨਾਲ ਆਪਾਂ ਜੁੜ ਜਾਈਏ ਨਾ ਗੁਰੂ ਦੀ ਕਿਰਪਾ ਨਾਲ, ਗੁਰੂ ਕੇ ਪਿਆਰ ਵਾਲਿਓ, ਤੇ ਫੇਰ ਸਾਡੀ ਤ੍ਰਿਸ਼ਨਾ ਵੀ ਜਿਹੜੀ ਸਾਨੂੰ ਭਟਕਾਈ ਫਿਰਦੀ ਹੈ, ਭਰਮਾਂ ਵਿੱਚ ਪਾਈ ਫਿਰਦੀ ਹੈ, ਕਿਉਂਕਿ ਭਰਮ ਦੀ ਗੱਲ ਭਗਤ ਰਵਿਦਾਸ ਜੀ ਨੇ ਕੀਤੀ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਹੈ ਹੀ ਉਹ, ਅਸਲੀਅਤ ਕੁਝ ਹੋਰ ਹੋਵੇ, ਅਸੀਂ ਉਹਨੂੰ ਕੁਝ ਹੋਰ ਸਮਝ ਬੈਠੀਏ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰ ਦੇਣ ਸਾਨੂੰ ਵੀ। ਸਤਿਗੁਰੂ ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਹ ਸਾਡੀ ਤ੍ਰਿਸ਼ਨਾ ਖਤਮ ਹੋ ਜਾਏ, ਪਰ ਬੁੱਝੇਗੀ ਤਾਂ ਜੇ ਗੁਰੂ ਦੀ ਬਾਣੀ ਰੂਪੀ ਜਲ ਇਹਦੇ ਉੱਤੇ ਪੈਂਦਾ ਰਹੇਗਾ। ਇਹ ਤ੍ਰਿਸ਼ਨਾ ਦਾ ਰੋਗ ਜਿਹੜਾ ਨਾ, ਬਾਕੀ ਬਿਮਾਰੀਆਂ ਲੱਗ ਜਾਂਦੀਆਂ ਨੇ, ਉਹਨਾਂ ਦਾ ਇਲਾਜ ਕੁਝ ਸਮੇਂ ਵਾਸਤੇ ਹੁੰਦਾ, ਕੋਰਸ ਹੁੰਦਾ 2 ਮਹੀਨੇ 4 ਮਹੀਨੇ, ਪਰ ਇਹ ਬਿਮਾਰੀ ਜਿਹੜੀ ਹੈ ਨਾ, ਇਹਦਾ ਜੇ ਆਪਾਂ ਇਲਾਜ ਕਰਨਾ ਚਾਹੁੰਦੇ ਹਾਂ ਨਾ, ਤੇ ਗੁਰੂ ਦੇ ਦਰ ਤੋਂ ਉਹ ਨਾਮ ਦੀ ਦਵਾਈ, ਬਾਣੀ ਦੀ ਦਵਾਈ ਸਦਾ ਵਾਸਤੇ ਛਕਣੀ ਪੈਣੀ ਜੇ, ਜਿੰਨਾ ਚਿਰ ਸਰੀਰ ਅੰਦਰ ਸਵਾਸ ਨੇ, ਤਾਂ ਹੀ ਇਹਨਾਂ ਬਿਮਾਰੀਆਂ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਰਹਿਮਤ ਕਰਕੇ ਆਪ ਵਿਚਾਰਾਂ ਦੀ ਸੇਵਾ ਦਾਸਰੇ ਪਾਸੋਂ ਲਈ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਨਹੀਂ ਦਾਸ ਰਾਖੀਮਾਂ ਦਾ ਜਾਚਕ ਹੈ। ਗੁਰਮਤਿ ਅਨੁਸਾਰ ਕਹੇ ਬਚਨ ਸਾਡੇ ਹਿਰਦੇ 'ਚ ਵਸ ਜਾਣ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।